ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਗੁਰਮਤ ਦਾ ਉਮਰ ਨਾਲ ਕੋਈ ਤਵਲਕ ਨਹੀਂ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਇਹ ਇੱਕ ਅਨੋਖੀ ਗੱਲ ਹੈ ਕਿ ਜਿੱਥੇ 72 ਸਾਲ ਦੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਗੁਰੂ ਗੱਦੀ ਤੇ ਬੈਠੇ ਰਹੇ, ਕਿਧਰੇ 5 ਸਾਲ ਦੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੀ ਅਤੇ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੀ ਵੀ ਕਿਰਪਾ ਹੋ ਰਹੀ ਹੈ। ਇਹ ਪਿਛਲੀ ਕਮਾਈ ਨਾਲ ਚੱਲੀ ਆ ਰਹੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਫਲਾਨਾ ਛੋਟਾ ਹੈ, ਇਸਨੇ ਕੀ ਕਰਨਾ ਹੈ। ਕੋਈ ਪਤਾ ਨਹੀਂ ਉਸਦੀ ਉਮਰ ਛੋਟੀ ਹੈ, ਪਰ ਉਸਦੀ ਪਿਛਲੀ ਕਮਾਈ ਤੁਰੀ ਆਉਂਦੀ ਹੈ। ਇਹ ਇੱਕ ਗਿਆਨ ਹੈ ਕਿ ਤੁਹਾਨੂੰ ਵੱਡੇ ਹੋਣ ਦਾ ਮਨ ਨਾ ਆ ਜਾਵੇ, ਉਮਰ ਦਾ ਮਨ ਨਾ ਆ ਜਾਵੇ। ਮੀਰ ਮੰਨੂ ਇੱਕ 10 ਸਾਲ ਦਾ ਬੱਚਾ ਸੀ। ਮੀਰ ਮੰਨੂ ਅਤੇ ਉਸਦੀ ਮਾਂ ਨੂੰ ਕੈਦ ਕਰ ਲਿਆ। ਮਾਂ ਕਹਿਣ ਲੱਗੀ ਮੇਰੇ ਬੱਚੇ ਨੂੰ ਛੱਡ ਦਿਓ। ਉਹ ਕਹਿਣ ਲੱਗੇ ਕਿ ਇਸ ਨੂੰ ਛੱਡਣਾ ਨਹੀਂ, ਇਹ ਸਿੱਖ ਹੈ। ਮਾਂ ਦੇ ਮੁਖ ਵਿੱਚੋਂ ਇਹ ਨਿਕਲਿਆ ਕਿ ਇਹ ਬੱਚਾ ਸਿੱਖ ਨਹੀਂ, ਇਸ ਲਈ ਛੱਡ ਦੋ। ਸਿਪਾਹੀ ਸੁਨੇਹਾ ਲੈ ਕੇ ਆਏ ਅਤੇ ਕਹਿਣ ਲੱਗੇ ਬੱਚਿਆ, ਤੇਰੀ ਮਾਂ ਕਹਿੰਦੀ ਹੈ ਤੂੰ ਸਿੱਖ ਨਹੀਂ। ਜੇ ਤੂੰ ਕਹਿ ਦਵੇਂ ਕਿ ਮੈਂ ਸਿੱਖ ਨਹੀਂ ਤਾਂ ਤੇਰੀ ਜਾਨ ਬਚ ਸਕਦੀ ਹੈ। ਪਰ ਬੱਚੇ ਦੀ ਅਵਸਥਾ ਇੰਨੀ ਉੱਚੀ ਸੀ, ਹੈ ਤਾਂ ਬੱਚਾ ਸੀ ਅਵਸਥਾ, ਪਰ ਮਾਂ ਤੋਂ ਉੱਚੀ ਸੀ। ਕਹਿਣ ਲੱਗਾ ਸਿਪਾਹੀਓ, ਜੇ ਮੈਂ ਕਹਿ ਦਵਾਂ ਕਿ ਮੈਂ ਸਿੱਖ ਨਹੀਂ, ਮੇਰੀ ਜਾਨ ਤਾਂ ਬਚ ਸਕਦੀ ਹੈ, ਪਰ ਮੈਂ ਇਹ ਕਿਸ ਤਰ੍ਹਾਂ ਕਹਾਂ, ਕਿਉਂਕਿ ਮੈਂ ਤਾਂ ਸਿੱਖ ਹਾਂ, ਸਿੱਖ ਸਾਂ ਅਤੇ ਸਿੱਖ ਹੀ ਰਹਾਂਗਾ। ਮੈਨੂੰ ਅਗਲਾ ਜਨਮ ਵੀ ਮਿਲ ਜਾਵੇ, ਮੈਂ ਫਿਰ ਇਹੀ ਕਹਾਂਗਾ ਕਿ ਸਿੱਖੀ ਦੇ ਮਹਿਲਾਂ ਵਿੱਚ ਜਨਮ ਮਿਲੇ, ਮੈਂ ਸਿੱਖ ਹੀ ਹਾਂ। ਐ ਸਿਪਾਹੀਓ, ਜਿਹੜੀ ਮਾਂ ਕਹਿੰਦੀ ਹੈ ਇਹ ਸਿੱਖ ਨਹੀਂ, ਅਸਲ ਵਿੱਚ ਉਹ ਮੇਰੀ ਮਾਂ ਹੀ ਨਹੀਂ। ਜੇਕਰ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਮੈਨੂੰ ਹੀ ਮਾਰਨਾ। ਇਹ ਉਹੀ ਅਵਸਥਾ ਹੈ ਜਿਸ ਵਿੱਚ ਉਮਰ ਦਾ ਕੋਈ ਤਵਲਕ ਨਹੀਂ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੈ ਪਾਈਐ ਪੂਰਨ ਪਰਮਾਨੰਦ। ਇਹ ਉਹੀ ਅਵਸਥਾ ਹੈ। ਤੁਹਾਡੇ ਮੱਲੇ ਵਿੱਚ ਵੀ, ਤੁਹਾਡੇ ਘਰ ਵਿੱਚ ਵੀ ਕਈ ਵਾਰੀ ਛੋਟਾ ਬੱਚਾ ਅਧਿਆਤਮਿਕ ਲਾਈਨ ਵਿੱਚ, ਗੁਰਮਤਿ ਲਾਈਨ ਵਿੱਚ ਤੁਹਾਡੇ ਤੋਂ ਵੀ ਅੱਗੇ ਹੋ ਸਕਦਾ ਹੈ। ਇਸ ਵਿੱਚ ਉਮਰ ਦਾ ਕੋਈ ਤਵਲਕ ਨਹੀਂ। ਬਾਬਾ ਈਸ਼ਰ ਸਿੰਘ ਜੀ ਕਲੇਰਾ ਵਾਲੇ ਮਹਾਪੁਰਸ਼ ਬਚਨ ਕਰਦੇ ਸਨ ਕਿ ਇਹ ਨਾ ਵੇਖ ਫਲਾਣਾ ਤੇਰੇ ਤੋਂ ਛੋਟਾ ਹੈ, ਕਹਿੰਦੇ ਸਨ ਉਸਦੇ ਗੁਣ ਵੇਖ। ਜੇ ਗੁਣਾਂ ਵਿੱਚ ਤੇਰੇ ਤੋਂ ਉੱਪਰ ਹੈ, ਚਾਹੇ ਉਮਰ ਵਿੱਚ ਛੋਟਾ ਹੈ, ਉਸ ਨੂੰ ਉਪਦੇਸ਼ ਨਾ ਦੇਈ, ਉਸ ਕੋਲੋਂ ਕੁਝ ਲੈਣ ਦਾ ਯਤਨ ਕਰੀ। ਜੇ ਬਰਾਬਰ ਦੀ ਅਵਸਥਾ ਵਾਲਾ ਮਿਲੇ ਤਾਂ ਉਸ ਨਾਲ ਵਿਚਾਰ ਕਰੀ। ਜੇ ਕੋਈ ਆਪਣੇ ਤੋਂ ਛੋਟਾ ਮਿਲੇ ਤਾਂ ਉਸ ਨੂੰ ਗੁਣ ਦੇਵੀਂ। ਉਮਰ ਛੋਟੀ ਹੋਵੇ, ਗੁਣ ਜ਼ਿਆਦਾ ਹੋਣ ਤਾਂ ਉਸ ਕੋਲੋਂ ਕੁਝ ਲੈ ਕੇ ਜਾਵੀਂ। ਇਹੀ ਹੈ ਗੁਰਮਤ, ਜਿਸੇ ਉਮਰ ਦਾ ਕੋਈ ਮਤਲਬ ਨਹੀਂ। ਅੱਜ ਕੱਲ ਦੇ ਬੱਚੇ ਨੂੰ ਇੱਕ ਚੁੰਡੀ ਵੜ ਦਿਓ ਤੇ ਚੀਕਾਂ ਮਾਰੇਗਾ। ਪੁੱਛੋ ਕਿਉਂ ਚੀਕ ਮਾਰੀ, ਕਹੇਗਾ ਦਰਦ ਹੋਈ ਸੀ। ਪਰ ਉਹ ਕੌਣ ਸਨ? 7 ਸਾਲ ਤੇ ਅਤੇ 9 ਸਾਲ ਦੀ ਉਮਰ ਨੀਹਾਂ ਵਿੱਚ ਚਿਣੇ ਜਾ ਰਹੇ ਹਨ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੀਹਾਂ ਵਿੱਚ ਚਿਣੇ ਜਾਂਦੇ ਹਨ। ਜੇ ਅੱਜ ਕੱਲ ਦੇ ਬੱਚੇ ਨੂੰ ਚੁੰਡੀ ਵੜਦੇ ਹੋ ਤਾਂ ਕਹੇਗਾ ਦਰਦ ਹੋਈ, ਪਰ ਉਹ ਵੀ ਅਵਸਥਾ ਹੈ ਜਿੱਥੇ ਨੀਹਾਂ ਵਿੱਚ ਵੀ ਚਿਣੇ ਜਾਂਦੇ ਹੋਏ ਗੱਜ ਗੱਜ ਕੇ ਬੋਲੇ ਸੋਨੇ ਹਾਲ ਦੇ ਜਕਾਰੇ ਲੱਗ ਰਹੇ ਹਨ। ਸਾਡੀ ਅੱਜ ਦੀ ਇੱਕ ਐਸੇ ਹੀ ਪਰਿਵਾਰ ਦੀ ਸਾਖੀ, ਜਿੱਥੇ 9 ਅਧਿਆਤਮ ਦੇ ਰਸਤੇ ਵਿੱਚ ਥੋੜੀ ਉੱਚੀ ਸੀ ਅਤੇ ਪਰਿਵਾਰ ਉਸ ਦੀਆਂ ਗੱਲਾਂ ਨੂੰ ਨਾ ਸਮਝ ਸਕਿਆ, ਕਿਉਂਕਿ ਉਸ ਨੂੰ ਇੱਕ ਮਹਾਤਮਾ ਨੇ ਜਿੰਨੇ ਸਵਾਲ ਪੁੱਛੇ ਉਸਨੇ ਬੜੇ ਹੀ ਅਨੋਖੇ ਜਵਾਬ ਦਿੱਤੇ, ਜਿਨ੍ਹਾਂ ਨੂੰ ਸਿਰਫ ਉਹ ਮਹਾਤਮਾ ਹੀ ਸਮਝ ਸਕਦਾ ਸੀ। ਉਸਦੇ ਘਰ ਦੇ ਇਹ ਸਮਝ ਨਾ ਪਾਏ ਅਤੇ ਮਹਾਤਮਾ ਦੇ ਜਾਣ ਤੋਂ ਬਾਅਦ ਉਸ ਨਾਲ ਲੜਨ ਝਗੜਨ ਲੱਗੇ। ਇੱਕ ਬੜੀ ਹੀ ਪਿਆਰੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਪਿੰਡ ਵਿੱਚ ਇੱਕ ਮਹਾਤਮਾ ਆਏ ਅਤੇ ਉਸ ਘਰ ਦੀ ਨੋ ਬਾਹਰ ਖੜੀ ਸੀ। ਉਸ ਨੂੰ ਕਹਿਣ ਲੱਗੇ ਬੱਚੀਏ ਪ੍ਰਸ਼ਾਦਾ ਪਾਣੀ ਦੇ। ਉਸ ਔਰਤ ਨੇ ਕਿਹਾ ਮੈਂ ਹੁਣੇ ਲੈ ਕੇ ਆਈ। ਮਹਾਤਮਾ ਨੇ ਪੁੱਛ ਲਿਆ, ਕਹਿੰਦੇ ਹਨ ਮੈਂ ਦੁਨਿਆਵੀ ਗੱਲ ਨਹੀਂ ਅਧਿਆਤਮਿਕ ਕਰ ਰਿਹਾ ਹਾਂ। ਤੇਰੀ ਸੱਸ ਦੀ ਕਿੰਨੀ ਉਮਰ ਹੈ? ਅੱਗੋਂ ਉਸਨੇ ਵੀ ਅਧਿਆਤਮਿਕ ਜਵਾਬ ਦਿੱਤਾ। ਕਹਿਣ ਲੱਗੀ ਮੇਰੀ ਸੱਸ ਦੀ ਉਮਰ 2.5 ਸਾਲ ਹੈ। ਅੰਦਰੋਂ ਸੱਸ ਨੇ ਸੁਣ ਲਿਆ ਤੇ ਉਸ ਨੂੰ ਗੁੱਸਾ ਚੜ ਗਿਆ। ਮਹਾਤਮਾ ਨੇ ਫਿਰ ਪੁੱਛਿਆ ਧੀਏ ਤੇਰੀ ਪਤੀ ਦੀ ਉਮਰ ਕਿੰਨੀ ਹੈ? ਕਹਿਣ ਲੱਗੀ 6 ਮਹੀਨੇ। ਮਹਾਤਮਾ ਨੇ ਫਿਰ ਪੁੱਛਿਆ ਤੇਰੇ ਸਹੁਰੇ ਦੀ ਉਮਰ ਕਿੰਨੀ ਹੈ? ਕਹਿਣ ਲੱਗੀ ਹਾਲੇ ਤਾਂ ਜਨਮ ਹੀ ਨਹੀਂ ਹੋਇਆ। ਮਹਾਤਮਾ ਕਹਿਣ ਲੱਗੇ ਧੀਏ ਤੇਰੀ ਉਮਰ ਕਿੰਨੀ ਹੈ? ਕਹਿਣ ਲੱਗੀ ਗਿਣਤੀ ਹੀ ਕੋਈ ਨਹੀਂ। ਮਹਾਤਮਾ ਜੀ ਨੇ ਕਿਹਾ ਧੀਏ ਰੋਟੀ ਬਹੀ ਖਾਂਦੇ ਹੋਗੇ ਤਾਜੀ? ਤਾਂ ਨੋ ਕਹਿਣ ਲੱਗੀ 1-2 ਸਰੀਰ ਹੀ ਤਾਜੀ ਖਾਂਦੇ ਹਨ,
ਬਾਕੀ ਸਾਰੇ ਬਹੀ ਖਾ ਰਹੇ ਹਨ। ਮਹਾਤਮਾ ਦੇ ਜਾਂਦੀ ਹੀ ਦੇਰ ਸੀ ਕਿ ਸਾਰੇ ਪਰਿਵਾਰ ਨੂੰ ਬੜਾ ਹੀ ਗੁੱਸਾ ਚੜਿਆ ਹੋਇਆ ਸੀ। ਸਾਰੇ ਉਸ ਨਾਲ ਲੜਨ ਲੱਗੇ। ਸੱਸ ਕਹਿਣ ਲੱਗੀ ਮੈਂ 2.5 ਸਾਲ ਦੀ ਹਾਂ, ਪਤੀ ਕਹਿਣ ਲੱਗਾ ਮੈਂ 6 ਮਹੀਨੇ ਦਾ ਹਾਂ ਅਤੇ ਸਹੁਰਾ ਕਹਿਣ ਲੱਗਾ ਮੇਰਾ ਤਾਂ ਹਲੇ ਜਨਮ ਹੀ ਨਹੀਂ ਹੋਇਆ ਅਤੇ ਤੇਰੀ ਆਪਣੀ ਉਮਰ ਦੀ ਗਿਣਤੀ ਹੀ ਕੋਈ ਨਹੀਂ। ਸੱਸ ਨੂੰਹ ਨੂੰ ਕਹਿਣ ਲੱਗੀ ਰੋਜ਼ਾਨਾ 3 ਵੇਲੇ ਤਾਜੀ ਰੋਟੀ ਪੱਕਦੀ ਹੈ ਅਤੇ ਤੂੰ ਕਹਿੰਦੀ ਹੈ 1-2 ਤਾਜੀ ਖਾਂਦੇ ਹਨ, ਬਾਕੀ ਬਹੀ ਖਾ ਰਹੇ ਹਨ। ਅੱਗੋਂ ਨੂੰਹ ਨੇ ਹੱਥ ਜੋੜ ਦਿੱਤੇ ਅਤੇ ਕਹਿਣ ਲੱਗੀ ਤੁਸੀਂ ਮਹਾਤਮਾ ਜੀ ਦੀ ਰਮਜ ਨਹੀਂ ਸਮਝ ਸਕੇ। ਉਹਨਾਂ ਨੇ ਦੁਨਿਆਵੀ ਉਮਰ ਨਹੀਂ ਪੁੱਛੀ, ਅਧਿਆਤਮਕ ਉਮਰ ਪੁੱਛੀ ਸੀ। ਹੁਣ ਉਹ ਸੱਸ ਮਾਤਾ ਨੂੰ ਕਹਿਣ ਲੱਗੀ ਕਿ 2.5 ਸਾਲ ਹੀ ਹੋਏ ਹਨ ਗੁਟਕਾ ਸਾਹਿਬ ਫੜਿਆ ਹੋਇਆ, ਅਸਲੀ ਉਮਰ ਉਹੀ ਹੈ। ਉਹ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਤੁਹਾਨੂੰ ਤਾਂ ਹਲੇ ਬਾਣੀ ਨਾਲ ਜੁੜਿਆ 6 ਮਹੀਨੇ ਹੀ ਹੋਏ ਹਨ, ਇਸੇ ਲਈ ਤੁਹਾਡੀ ਉਮਰ 6 ਮਹੀਨੇ ਦੱਸੀ ਹੈ। ਅਤੇ ਉਸਨੇ ਆਪਣੇ ਸਹੁਰਾ ਸਾਹਿਬ ਨੂੰ ਹੱਥ ਜੋੜ ਕੇ ਕਿਹਾ ਪ੍ਰਧਾਨਗੀ ਨੰਬਰਦਾਰੀ ਇਲਾਕੇ ਦੇ ਹੋਰ ਚੱਕਰਾਂ ਵਿੱਚ ਤੁਸੀਂ ਪਏ ਰਹਿੰਦੇ ਹੋ, ਅਜੇ ਤੱਕ ਵਾਹਿਗੁਰੂ ਦਾ ਨਾਮ ਯਾਦ ਹੀ ਨਹੀਂ ਆਇਆ। ਪਰਿਵਾਰ ਦਾ ਗੁੱਸਾ ਥੋੜਾ ਘੱਟ ਹੋਇਆ ਤਾਂ ਉਹ ਕਹਿਣ ਲੱਗੇ ਧੀਏ ਫਿਰ ਤੂੰ ਇਹ ਕਿਉਂ ਕਹਾ ਕਿ ਤੇਰੀ ਗਿਣਤੀ ਹੀ ਕੋਈ ਨਹੀਂ। ਤਾਂ ਉਸ ਨੂੰਹ ਨੇ ਆਪਣੇ ਪਰਿਵਾਰ ਨੂੰ ਜਵਾਬ ਦਿੱਤਾ ਕਿ ਉਮਰ ਸਰੀਰ ਦੀ ਹੈ, ਆਤਮਾ ਨਾ ਜੰਮਦੀ ਹੈ ਨਾ ਮਰਦੀ ਹੈ ਅਤੇ ਮੇਰੀ ਆਤਮਾ ਦੀ ਕੋਈ ਉਮਰ ਹੀ ਨਹੀਂ। ਕੌਣ ਮੁਆ ਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰ ਹੋ ਵਿਚਾਰਾ, ਇਹ ਤੋਂ ਚਲਤ ਪਿਆ। ਸਾਰਾ ਪਰਿਵਾਰ ਕਹਿਣ ਲੱਗਾ ਫਿਰ ਤੂੰ ਇਹ ਕਿਉਂ ਕਹਾ ਕਿ 2 ਮੈਂਬਰ ਤਾਜੀ ਰੋਟੀ ਖਾਂਦੇ ਹਨ ਅਤੇ ਬਾਕੀ ਸਾਰੇ ਬਹੀ ਖਾਂਦੇ ਹਨ, ਪਰ ਸਾਡੇ ਘਰ ਤਾਂ 3 ਟਾਈਮ ਤਾਜੀ ਰੋਟੀ ਬਣਦੀ ਹੈ। ਤਾਂ ਉਹ ਨੂੰਹ ਕਹਿਣ ਲੱਗੀ ਮਹਾਤਮਾ ਜੀ ਨੇ ਰੋਟੀ ਨਹੀਂ ਪੁੱਛੀ ਕਿ ਤੁਸੀਂ ਬਹੀ ਖਾਂਦੇ ਹੋ ਕਿ ਤਾਜੀ, ਇਹ ਮੇਰੇ ਮਾਤਾ ਅਤੇ ਪਿਤਾ ਜੀ ਉਹਨਾਂ ਮਹਾਤਮਾ ਨੇ ਪੁੱਛਿਆ ਸੀ ਪਿਛਲਾ ਬੀਜਿਆ ਖਾ ਰਹੇ ਹੋ ਕਿ ਨਵਾਂ ਬੀਜਦੇ ਪਏ ਹੋ, ਅਤੇ ਮੈਂ ਕਿਹਾ ਕਿ 1-2 ਸਰੀਰ ਹੀ ਨਵਾਂ ਬੀਜ ਰਹੇ ਹਨ ਅਤੇ ਬਾਕੀ ਸਭ ਪਿਛਲਾ ਖਾ ਰਹੇ ਹਨ। ਸਾਰਾ ਪਰਿਵਾਰ ਨੂੰਹ ਦੇ ਚਰਨਾਂ ਤੇ ਡਿੱਗ ਪਿਆ ਕਿ ਤੇਰੀ ਉਮਰ ਤਾਂ ਛੋਟੀ ਹੈ ਪਰ ਅਵਸਥਾ ਤੇਰੀ ਸਾਡੇ ਨਾਲੋਂ ਉੱਚੀ ਹੈ, ਤੂੰ ਅਸਲੀ ਉਮਰ ਨੂੰ ਪਛਾਣ ਲਿਆ, ਅਸੀਂ ਭੁੱਲੇ ਰਹੇ। ਸੱਚਮੁੱਚ ਹੀ ਗੁਰਮਤਿ ਵਿੱਚ ਉਮਰ ਦਾ ਕੋਈ ਤਵਾਲਕ ਨਹੀਂ। ਕਈ ਵਾਰੀ ਉਮਰ ਵਿੱਚ ਛੋਟਾ ਵੀ ਗੁਰਮਤਿ ਦੇ ਮਾਰਗ ਵਿੱਚ ਤੁਹਾਡੇ ਨਾਲੋਂ ਅੱਗੇ ਹੋ ਸਕਦਾ ਹੈ। ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸਨ ਜੋ ਨਵਾਂ ਬੀਜੀ ਜਾਵੇ ਪਿਛਲਾ ਖਾਈ ਜਾਵੇ ਫਿਰ ਉਸ ਨੂੰ ਘਾਟਾ ਕਦੀ ਨਹੀਂ ਪੈਂਦਾ। ਜੇ ਪਿਛਲਾ ਹੀ ਖਾਈ ਜਾਵੇ ਨਵਾਂ ਕੁਝ ਬੀਜੇ ਹੀ ਨਾ ਤਾਂ ਇੱਕ ਦਿਨ ਐਸਾ ਆ ਜਾਂਦਾ ਹੈ ਕਿ ਬੈਲੈਂਸ ਨਿਲ ਹੋ ਜਾਂਦਾ ਹੈ। ਅਸੀਂ ਆਸਾ ਦੀ ਵਾਰ ਵਿੱਚ ਰੋਜ਼ ਪੜ੍ਹਦੇ ਹਾਂ ਇੱਕ ਹੋਦਾ ਖਾਏ ਚਲੇ ਅਥਾਉ ਤਿਨਾ ਪੇ ਕਾਈ ਕਾਰ, ਜਿਨ੍ਹਾਂ ਨੇ ਪਿਛਲਾ ਬੀਜਿਆ ਖਾ ਲਿਆ ਨਵਾਂ ਬੀਜਿਆ ਨਹੀਂ, ਬੈਲੈਂਸ ਨਿਲ ਕਰ ਲਿਆ। ਸਤਿਗੁਰੂ ਜੀ ਆਖਦੇ ਹਨ ਉਹ ਕੋਈ ਚੰਗਾ ਕੰਮ ਨਹੀਂ ਕਰਕੇ ਗਏ, ਉਹ ਤਾਂ ਕਾਟਾ ਪਾ ਕੇ ਚਲੇ ਗਏ। ਉਸ ਨੂੰਹ ਨੇ ਜਦੋਂ ਅਧਿਆਤਮਿਕ ਜਵਾਬ ਦਿੱਤੇ ਸਾਰੇ ਪਰਿਵਾਰ ਦੇ ਕੰਨ ਖੁੱਲ ਗਏ। ਕਹਿਣ ਲੱਗੇ ਤੇਰੀ ਉਮਰ ਚਾਹੇ ਛੋਟੀ ਹੈ ਪਰ ਤੈਨੂੰ ਇੰਨਾ ਗਿਆਨ ਕਿਸ ਤਰ੍ਹਾਂ ਹੋਇਆ। ਉਹ ਕਹਿਣ ਲੱਗੀ ਕਿ ਇਹ ਸਾਰੀ ਕਿਰਪਾ ਸੰਗਤ ਕਰਨ ਨਾਲ ਹੋਈ ਹੈ, ਇਹ ਸੰਗਤ ਦਾ ਮਹਾਤਮ ਹੈ। ਮੇਰੇ ਮਾਪਿਆਂ ਨੇ ਮੈਨੂੰ ਬਚਪਨ ਤੋਂ ਹੀ ਸੰਗਤ ਨਾਲ ਜੋੜ ਦਿੱਤਾ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਸੰਗਤ ਕਰਨ ਦੀ ਸਾਨੂੰ ਵੀ ਬੜੀ ਲੋੜ ਹੈ। ਸੰਗਤ ਵਿੱਚ ਆ ਕੇ ਡਿੱਗੀਆਂ ਹੋਈਆਂ ਦੀ ਬੈਟਰੀ ਵੀ ਚਾਰਜ ਹੋ ਜਾਂਦੀ ਹੈ। ਸੰਗਤ ਵਿੱਚ ਆ ਕੇ ਮਨ ਪੁਨਿਆ ਜਾਂਦਾ ਹੈ, ਸੰਗਤ ਨਾ ਕਰਕੇ ਮਨ ਹੰਕਾਰੀ ਹੋ ਜਾਂਦਾ ਹੈ। ਗੁਰੂ ਕਿਰਪਾ ਕਰੇ ਕਿੰਨੇ ਵੀ ਉੱਚੀ ਤੋਂ ਉੱਚੀ ਅਵਸਥਾ ਵਾਲੇ ਹੋ ਜਾਈਏ ਪਰ ਸੰਗਤ ਨਹੀਂ ਛੱਡਣੀ ਚਾਹੀਦੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੱਲ ਵੇਖੀਏ, ਇਹੋ ਜਿਹੇ ਅਸਥਾਨ ਪ੍ਰਗਟ ਕਰ ਦਿੱਤੇ ਕਿ ਸਿੱਖ ਜਿਸ ਵੇਲੇ ਮਰਜੀ ਆਵੇ ਇਸ ਨੂੰ ਕੀਰਤਨ ਦਾ ਭੋਜਨ ਸੰਗਤ ਦਾ ਭੋਜਨ ਨਾਲ ਨਾਲ ਮਿਲੇ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਇਸ ਲਈ ਕਿੰਨੇ ਵੀ ਉੱਚੀ ਅਵਸਥਾ ਵਾਲੇ ਹੋ ਜਾਵੋ ਸੰਗਤ ਕਦੀ ਨਹੀਂ ਛੱਡਣੀ ਚਾਹੀਦੀ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।